सतनाम श्री वाहिगुरु जी। पादोए परम पुलाणिया दूजे लगा हेत। लख सिगार बनाया कारज नाही केत। जित दिन देह बिनसी तित वेले कैसन प्रेत। पकड़ चलायन दूत जम किसे न देनी भेत। छड़ खड़ोते खिने माहे जिन स्यों लगा हेत। हाथ मरोड़े तन कपे स्याहो आसेत। जेहा बीजै सो लूण कर्मा संदड़ा खेत। नानक प्रभ शरणागति चरण बोहित प्रभ देत। से भादों नरक न पाइया है गुर रखण वाला हेत। से भादों नरक न पाइया है गुर रखण वाला हेत। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जोगी अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा साध संगत जीओ। अज भादरों के महीने की संगरांद का शुभ दिहाड़ा है जो आप सरबत सिख संगत माई भाई गुरुद्वारा सिंह शहीदा धन धन अमर शहीद बाबा हनुमान सिंह जी के पवित्र शहीदी अस्थान सुहाना विखे श्री गुरु ग्रंथ साहिब जी के पावन चरण कमलों पास जुड़ मिल बैठ करके मना रहे हो। भादरों के महीने में बारिश बहुत होंदी है अते कालियां घटावां दे विच बिजली चमकदी है। हनेरी रात होंदी है। जो सखियां अपने पतियां तो विछड़ियां होंदियां ने उन्हां नूं बड़ा भै आउंदा है। इस महीने विच सब आतक भी बहुत होंदे ने। जहर विच मसदे हुए डंगदे अते मेलदे फिरदे ने। बदल नूं वेख के मोर बोलदे ने। बबीए ते डड्डू भी बोलदे हन। उच्चे थावां तों पानी ढल के नीवें थावां दे विच इकट्ठा हो जांदा है। तला आदਿਕ लबालब भर जाते ने। धरती विच हरियावलता बहुत होंदी है। मच्छर आदਿਕ बहुत हो जाता। सतियां सुंदर वस्त्र आदਿਕ पाउंदियां। 4 प्रकार दियां सतियां ग्रंथां विच लिखियां ने। पहले दर्जे दियां सतियां वो मन्नियां ने जो अपने पति तो बिना किसी होर पुरख नूं पुरख नहीं मनदियां। सारियां उन्होंने इस्त्रियां नज़र आउंदियां ने। ठाकुर एक सबाई नार बिन बिर पुरख न जानी साचे गुर कै हेत प्यार। दूजे दर्जे दियां ऐसियां सतियां मन्नियां ने जो अपने पति नूं परमेश्वर करके मनदियां ने। कहो नानक जिन प्रियो परमेश्वर कर जानिया धन सती दरगह परवानिया।
ਅਤੇ ਹੋਰ ਬਜ਼ੁਰਗਾਂ ਨੂੰ ਆਪਣੇ ਪਿਤਾ ਸਮਾਨ ਸਮਝਦੀਆਂ ਨੇ, ਬਰਾਬਰ ਦਿਆਂ ਨੂੰ ਭਰਾ ਮੰਨਦੀਆਂ, ਛੋਟਿਆਂ ਨੂੰ ਪੁੱਤਰ ਸਮਝਦੀਆਂ ਨੇ। ਤੀਜੇ ਦਰਜੇ ਦੀਆਂ ਐਸੀਆਂ ਸਤੀਆਂ ਨੇ ਜੋ ਆਪਣੇ ਪਤੀ ਦਾ ਪਰਿਵਾਰ ਜਾਣ ਕੇ ਸਭਨਾਂ ਦਾ ਸਤਿਕਾਰ ਕਰਦੀਆਂ ਨੇ, ਪਰ ਨਿਸ਼ਚਾ ਆਪਣੇ ਪਤੀ ਦੇ ਵਿੱਚ ਹੀ ਹੈ। ਚੌਥੇ ਦਰਜੇ ਦੀਆਂ ਸਤੀਆਂ ਉਹ ਮੰਨੀਆਂ ਨੇ ਜਿਨ੍ਹਾਂ ਦਾ ਮਨ ਹੋਰਨਾਂ ਵੱਲ ਵੇਖ ਕੇ ਡੋਲਦਾ ਤਾਂ ਹੈ, ਪਰ ਸਰੀਰ ਕਰਕੇ ਫਿਰ ਵੀ ਕਾਇਮ ਰਹਿੰਦੀਆਂ ਨੇ। ਐਸੀਆਂ 4 ਪ੍ਰਕਾਰ ਦੀਆਂ ਸਤੀਆਂ ਭਾਦਰੋਂ ਦੇ ਮਹੀਨੇ ਵਿੱਚ ਆਪਣੇ ਪਤੀਆਂ ਨਾਲ ਮਿਲ ਕੇ ਆਨੰਦ ਨੂੰ ਮਾਣਦੀਆਂ ਹਨ। ਤਿੰਨਾਂ ਦੇ ਸ਼ਿੰਗਾਰ ਕੀਤੇ ਪ੍ਰਵਾਨਿਕ ਨੇ, ਪਰ ਜਿਹੜੀਆਂ ਪਤੀਆਂ ਤੋਂ ਬੇਮੁਖ ਨੇ ਉਹਨਾਂ ਦੀ ਹਾਲਤ ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਇੰਝ ਫਰਮਾਉਂਦੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜੈ ਲਗਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਉਹ ਜੀਵ ਰੂਪ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਫਿਰਦੀਆਂ ਨੇ, ਜਿਨ੍ਹਾਂ ਦਾ ਦਵੈਤ ਭਾਵ ਦੇ ਵਿੱਚ ਪ੍ਰੇਮ ਲੱਗਾ ਹੈ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇ। ਭਾਵੇਂ ਉਹਨਾਂ ਨੇ ਲੱਖਾਂ ਸਾਧਨਾ ਰੂਪ ਸ਼ਿੰਗਾਰ ਨੂੰ ਬਣਾਇਆ ਹੈ, ਪਰ ਉਹ ਸ਼ਿੰਗਾਰ ਕਿਸੇ ਵੀ ਕੰਮ ਨਹੀਂ ਹਨ। ਜੋ ਖਾਣ ਪੀਣ ਦੇ ਭਰਮ ਦੇ ਵਿੱਚ ਆਪਣੇ ਪਤੀ ਨੂੰ ਅਤੇ ਪਤੀ ਦੀ ਸੇਵਾ ਨੂੰ ਭੁਲਾ ਦਿੰਦੀਆਂ ਨੇ, ਫਿਰ ਦੂਜੇ ਪੁਰਸ਼ਾਂ ਨਾਲ ਪਿਆਰ ਲਾਉਂਦੀਆਂ ਨੇ, ਉਹਨਾਂ ਦੇ ਕੀਤੇ ਹੋਏ ਲੱਖਾਂ ਹੀ ਸ਼ਿੰਗਾਰ ਕਿਸੇ ਕੰਮ ਨਹੀਂ ਹਨ। ਕਲਿਆਣ ਨਹੀਂ ਹੋ ਸਕਦੀ, ਗਰਾਉਣ ਵਾਲੇ ਨੇ, ਵਿਸ਼ਿਆਂ ਦਾ ਕਾਰਨ ਹਨ। ਉਹਨਾਂ ਨੇ ਆਪਣਾ ਜੀਵਨ ਵਿਗਾੜ ਲਿਆ ਹੈ, ਜਿਸ ਕਰਕੇ ਦਰਗਾਹ ਦੇ ਵਿੱਚ ਬੜੀਆਂ ਹੀ ਭਾਰੀ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਜੋ ਦਵੈਤ ਦਾ ਭਾਵ ਪ੍ਰਕਾਸ਼ ਹੋ ਰਿਹਾ ਹੈ, ਭਾਵ ਦਵੈਤ ਹੋ ਰਹੀ ਹੈ, ਇਹ ਭਾਦਰੋਂ ਦਾ ਮਹੀਨਾ ਹੈ। 5 ਪ੍ਰਕਾਰ ਦਾ ਭਰਮ, 5 ਕੋਸ਼ਾਂ ਦੇ ਪਰਦੇ, ਵਖੇਪ ਅਤੇ ਆਵਰਨ ਅਗਿਆਨ ਦੀਆਂ 2 ਸ਼ਕਤੀਆਂ ਨੇ। ਅਸੱਤਾਪਾਦ ਸ਼ਕਤੀ ਅਤੇ ਅਪਾਨਾਪਾਦ ਸ਼ਕਤੀ 14 ਅਤੇ 15ਵਾਂ ਝੂਠ। ਇਹ ਭਾਦਰੋਂ ਦੇ ਮਹੀਨੇ ਦਾ ਹਨੇਰ ਪੱਖ ਹੈ। ਹਨੇਰ ਪੱਖ ਦੇ ਵਿੱਚ ਚੰਦਰਮਾ ਗੁਪਤ ਹੁੰਦਾ ਹੈ। ਇੱਥੇ ਸੱਚ ਰੂਪ ਚੰਦਰਮਾ ਗੁਪਤ ਹੋ ਰਿਹਾ ਹੈ, ਝੂਠ ਦੀ ਮੱਸਿਆ ਬਣ ਰਹੀ ਹੈ। ਅਗਿਆਨ ਰੂਪ ਗਾੜਾ ਹਨੇਰਾ ਛਾਇਆ ਹੋਇਆ ਹੈ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਅਮਾਵਸਿਆ ਚੰਦ ਗੁਪਤ ਗੈ ਨਾਰ। ਇਸ ਹਨੇਰ ਪੱਖ ਵਿੱਚ ਮੰਦ ਸੰਕਲਪਾਂ ਰੂਪ ਤਾਰੇ ਚਮਕਦੇ ਨੇ ਅਤੇ ਕਾਮ ਕ੍ਰੋਧ ਆਦਿਕ ਚੋਰ ਫਿਰਦੇ ਹਨ। ਏਕ ਨਗਰੀ ਪੰਜ ਚੋਰ ਬਸੀ ਅਲੇ ਬਰਜਤ ਚੋਰੀ ਧਾਵੈ। ਤ੍ਰੇਹਦ ਸੰਭਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ। ਜਿਹੜੇ 5 ਕਲੇਸ਼ ਅਵਿਦਿਆ, ਅਸਮਤਾ, ਰਾਗ ਦੁਐਖ, ਅਭਿਨਵੇਸ਼ ਹਨ। ਹਰ 3 ਪ੍ਰਕਾਰ ਦੇ ਸੰਸ਼ੇ ਨੇ, ਪ੍ਰਮਾਣ, ਪ੍ਰਮੇਯ, ਵਿਪਰਜੇ। ਹਰ ਜਿਹੜੇ 3 ਗੁਣ ਰਜੋ ਤਮੋ ਸਤੋ, ਇਹ 11 ਹੋ ਗਏ। 12ਵਾਂ ਨਿਸ਼ਰਦਕ ਪੁਣਾ, 13ਵਾਂ ਮਨਮਤ ਵਰਤਨੀ, 14ਵਾਂ ਪ੍ਰਵਿਰਤੀ ਵਿੱਚ ਪਿਆਰ, 15ਵਾਂ ਦੀਰਘ ਕਾਲ ਦੀ ਆਸਾ। ਇਹ ਭਾਦਰੋਂ ਦਾ ਪੂਰਾ ਮਹੀਨਾ ਬਣ ਗਿਆ। ਇਹ ਚਾਨਣ ਪੱਖ ਹੈ। ਚਾਨਣ ਪੱਖ ਵਿੱਚ ਚੰਦਰਮਾ ਪ੍ਰਕਾਸ਼ ਦਾ ਹੈ। ਇੱਧਰ ਦੇਹ ਅਧਿਆਸ ਰੂਪ ਚੰਦਰਮਾ ਪ੍ਰਕਾਸ਼ ਰਿਹਾ। ਇਹ ਐਸਾ ਭਾਦਰੋਂ ਦਾ ਮਹੀਨਾ ਹੈ। ਭਾਦਰੋਂ ਦੇ ਮਹੀਨੇ ਵਿੱਚ ਸੂਰਜ ਬਹੁਤ ਤਪਦਾ ਹੈ। ਇੱਧਰ ਪਦਾਰਥਾਂ ਦਾ ਨਿਸ਼ਚਾ ਕਰਨ ਰੂਪ ਅਤੇ ਲੋਭ ਰੂਪ ਸੂਰਜ ਤਪ ਰਿਹਾ। ਤ੍ਰਿਸ਼ਨਾ ਰੂਪ ਧੁੱਪ ਪੈ ਰਹੀ ਹੈ। ਸੁੱਤ ਬਿਤ ਲੋਕ ਈਖਣਾ ਤੀਨੇ, ਇਹ 3 ਇਸ਼ਾਵਾਂ ਰੂਪ ਕਿਰਨਾਂ ਤਪ ਰਹੀਆਂ ਨੇ। ਸ਼ਾਂਤੀ ਰੂਪ ਛਾਂ ਪ੍ਰਾਪਤ ਨਹੀਂ ਹੋ ਰਹੀ। ਭਾਦਰੋਂ ਦੇ ਮਹੀਨੇ ਵਿੱਚ ਕਾਲੀਆਂ ਘਟਾ ਅਤੇ ਬਾਰਿਸ਼ ਪੈਂਦੀ ਹੈ। ਇੱਧਰ ਮੋਹ ਰੂਪ ਬੱਦਲਾਂ ਦੇ ਵਿੱਚੋਂ ਪਦਾਰਥਾਂ ਨੂੰ ਵਰਖਾ ਹੋ ਰਹੀ ਹੈ। ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਉੱਚੀ ਥਾਂ ਨਹੀਂ ਟਿਕਦਾ,
ਇਸੇ ਤਰ੍ਹਾਂ ਜਿਨ੍ਹਾਂ ਦਾ ਜੀਵਨ ਉੱਚੀ ਅਵਸਥਾ ਵਾਲਾ ਹੈ ਉੱਥੇ ਪਦਾਰਥਾਂ ਨੂੰ ਪਾਣੀ ਨਹੀਂ ਠਹਿਰਦਾ। ਜਿਨ੍ਹਾਂ ਦੀ ਬੁੱਧੀ ਰੂਪ ਧਰਤੀ ਵਿੱਚ ਸੰਤੋਖ ਤੋਂ ਰਹਿਤ ਹੋਣ ਰੂਪ ਟੋਆ ਪਿਆ ਹੋਇਆ, ਪਦਾਰਥਾਂ ਨੂੰ ਪਾਣੀ ਉੱਥੇ ਟਿਕਦਾ ਹੈ। ਬਾਰਿਸ਼ ਵਿੱਚ ਬਿਜਲੀ ਚਮਕਦੀ ਹੈ, ਨਾਨਕ ਬਿਜਲੀਆਂ ਚਮਕਰਨ ਘੁਰਨ ਘਟਾਇਤ ਕਾਲੀਆਂ। ਇੱਧਰ ਅਵਿਦਿਆ ਕਰਕੇ ਬਿਰਤੀਆਂ ਕਾਲੀਆਂ ਹੋ ਰਹੀਆਂ ਨੇ। ਪਦਾਰਥਾਂ ਨੂੰ ਬਾਰਿਸ਼ ਦੇ ਵਿੱਚ ਗਰਜ ਪੈਣ ਰੂਪ ਬਹੁਤੇ ਸੰਕਲਪ ਵਿਕਲਪ ਉਠਾ ਰਹੀਆਂ ਨੇ। ਬਾਰਿਸ਼ ਪੈਣ ਦੇ ਡੱਡੂ ਤੇ ਮੋਰ ਬੋਲਦੇ ਨੇ ਅਤੇ ਸੱਪ ਡੰਗਦੇ ਨੇ, ਬਬੀਏ ਬੋਲਦੇ ਨੇ। ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਦੇ। ਪ੍ਰੇ ਪ੍ਰੋ ਚਵੈ ਬਬੀਹਾ ਬੋਲੇ, ਓਏ ਅੰਗਾਂ ਬ੍ਰੈਡ ਸੰਦੇ। ਅਵਿਦਿਆ ਰੂਪ ਕਾਲੀ ਰਾਤ ਵਿੱਚ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਤੋਂ ਵਿਛੜ ਕੇ ਇਕੱਲੀ ਰਹਿੰਦੀ ਹੈ, ਦੱਸੋ ਫਿਰ ਇਹ ਸੁਖੀ ਕਿਵੇਂ ਰਹਿ ਸਕਦੀ ਹੈ? ਜਿਵੇਂ ਇਕੱਲੀ ਇਸਤਰੀ ਡਰਦੀ ਹੈ, ਇਸੇ ਤਰ੍ਹਾਂ ਜੀਵ ਰੂਪ ਇਸਤਰੀ ਉੱਤੇ 7 ਪ੍ਰਕਾਰ ਦਾ ਭੈ ਬਣਿਆ ਰਹਿੰਦਾ ਹੈ। ਅਤੇ ਪਦਾਰਥਾਂ ਨੂੰ ਬਾਰਿਸ਼ ਦੇ ਵਿੱਚ ਕਾਮ ਕ੍ਰੋਧ ਆਦਿਕਾਂ ਦੇ ਜਿਹੜੇ ਫੁਰਨੇ ਨੇ ਇਹ ਡੱਡੂ ਬੋਲ ਰਹੇ ਨੇ ਅਤੇ ਇੰਦਰੀਆਂ ਰੂਪ ਮੋਰ ਬੋਲ ਰਹੇ ਹਨ। ਭਾਵ ਵਿਸ਼ਿਆਂ ਵਿੱਚ ਬਹੁਤ ਅਦਾਕਾਰ ਹੋ ਰਹੇ ਨੇ। ਚਿੱਤ ਰੂਪ ਬਬੀਆ ਚਿਤਮਨੀ ਕਰਨ ਦੇ ਵਿੱਚ ਚੀਕ ਰਿਹਾ। ਸ਼ਬਦ ਸਪਰਸ਼ ਆਦਿਕ ਵਿਸ਼ੇ ਜ਼ਹਿਰੀ ਸੱਪ ਮਿਲ ਰਹੇ ਨੇ। ਭਾਦਰੋਂ ਦੇ ਮਹੀਨੇ ਵਿੱਚ ਮੱਛਰ ਬਹੁਤ ਹੁੰਦਾ ਹੈ। ਇੱਧਰ ਪਦਾਰਥਾਂ ਨੂੰ ਪਾਣੀ ਵਿੱਚ ਜੋ ਪ੍ਰਮਾਦੀ ਹੋਣਾ ਹੈ ਇਹ ਮੱਛਰ ਡੰਗ ਰਿਹਾ ਹੈ। ਐਸਾ ਜੋ ਭਾਦਰੋਂ ਦਾ ਮਹੀਨਾ ਹੈ ਇਹਦੇ ਵਿੱਚ ਦਵੈਤ ਭਾਵ ਹੋਣ ਕਰਕੇ ਜੀਵ ਰੂਪ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਹਨ। ਜੋ ਜੀਵ ਰੂਪ ਇਸਤਰੀਆਂ ਪਦਾਰਥਾਂ ਦੇ ਰਸਤਾਂ ਕਸਾਂ ਦੇ ਵਿੱਚ ਭਰਮ ਗਈਆਂ ਨੇ, ਪਤੀ ਪਰਮੇਸ਼ਰ ਵੱਲੋਂ ਭੁੱਲ ਗਈਆਂ ਨੇ, ਜਾਂ ਜਾਗਰਤ ਸੁਪਨ ਦੇ ਸੁਖੋਪਤ ਤਿੰਨਾਂ ਅਵਸਥਾ ਦੇ ਪ੍ਰਕਾਸ਼ਤਾ ਸਾਖੀ ਚੇਤਨ ਪਤੀ ਨੂੰ ਸੁਭਾਸ ਬਿਰਤੀ ਦਵੈਤ ਪਾ ਹੋਣ ਕਰਕੇ ਭੁੱਲ ਗਈ ਹੈ। ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ। ਹਰ ਦੂਜਾ ਲੱਗਾ ਹੇਤ ਦੇਵੀ ਦੇਵਤਿਆਂ ਨਾਲ ਜਾਂ ਪਦਾਰਥਾਂ ਨਾਲ ਪ੍ਰੇਮ ਲੱਗ ਰਿਹਾ। ਜਿਹੜੀਆਂ ਪ੍ਰਤੱਖ ਇਸਤਰੀਆਂ ਆਪਣੇ ਪਤੀ ਤੋਂ ਭੁੱਲੀਆਂ ਹੁੰਦੀਆਂ ਨੇ, ਪ੍ਰੇਮ ਨਹੀਂ ਕਰਦੀਆਂ, ਸਗੋਂ ਹੋਰਨਾਂ ਪੁਰਖਾਂ ਨਾਲ ਪਿਆਰ ਕਰਦੀਆਂ। ਭਾਵੇਂ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਲੱਖਾਂ ਸ਼ਿੰਗਾਰ, ਚੰਗੇ ਗਹਿਣੇ, ਚੰਗੇ ਬਸਤਰ ਪਾਉਣੇ, ਸੁਰਮਾ ਪਾਉਣਾ, ਸੁਰਖੀ ਬਿੰਦੀ ਲਾਉਣੀ, ਦੰਦਾਸਾ ਮਲਣਾ, ਵਾਲ ਗੁੰਦਣੇ ਇਤਿਆਦਿ ਲੱਖਾਂ ਸ਼ਿੰਗਾਰ ਬਣਾਉਣ ਕਿਸੇ ਕੰਮ ਨਹੀਂ, ਕੇਵਲ ਵਿਸ਼ਿਆਂ ਦਾ ਹੀ ਕਾਰਨ ਹਨ। ਲੋਕ ਉਹਨਾਂ ਇਸਤਰੀਆਂ ਨੂੰ ਦੁਰਚਾਰਨੀ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੀਆਂ ਜੀਵ ਰੂਪ ਇਸਤਰੀਆਂ ਪਦਾਰਥਾਂ 'ਚ ਭੁੱਲ ਕੇ ਪਰਮੇਸ਼ਰ ਨੂੰ ਭੁਲਾ ਦਿੰਦੀਆਂ ਨੇ ਅਤੇ ਜਿਨ੍ਹਾਂ ਦਾ ਦੂਜਾ ਲੱਗਾ ਹੇਤ ਦਵੈਤ ਨੂੰ ਪੈਦਾ ਕਰਨ ਵਾਲਾ ਜੋ ਸਰੀਰ ਹੈ, ਇਹਦੇ ਨਾਲ ਹੀ ਪਿਆਰ ਲੱਗਾ ਹੋਇਆ ਹੈ ਵਿਸ਼ੇ ਭੋਗਣ ਦਾ, ਖਾਣ ਦਾ, ਉਹ ਭਾਵੇਂ ਸੰਤ ਭਗਤ ਹੋ ਕੇ ਲੱਖਾਂ ਸਾਧਨ ਰੂਪ ਸ਼ਿੰਗਾਰ ਬਣਾਉਂਦੇ ਨੇ, ਪ੍ਰਤੱਖ ਬਾਹਰਲੇ ਸ਼ਿੰਗਾਰ ਵੀ ਸਮਝ ਲੈਣੇ, ਇਹ ਲਾ ਕੇ ਆਪਣੇ ਆਪ ਨੂੰ ਸੌ ਸੁਹਾਗਣਾ ਕਹਾਉਂਦੇ ਨੇ ਅਤੇ ਸਖੀਆਂ ਦੇ ਲਿਬਾਸ ਵਿੱਚ ਰਹਿੰਦੇ ਨੇ। ਪਰ ਜੇ ਪ੍ਰਭੂ ਨਾਲ ਪ੍ਰੀਤੀ ਨਹੀਂ ਹੈ ਤਾਂ ਲੱਖਾਂ ਸ਼ਿੰਗਾਰ ਕਿਸੇ ਵੀ ਕੰਮ ਨਹੀਂ, ਕਿਉਂਕਿ ਮਰਨ ਸਮੇਂ ਇਹ ਸ਼ਿੰਗਾਰ ਬੰਦੇ ਦੇ ਨਾਲ ਨਹੀਂ ਜਾਣੇ। ਵਾਹੂ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ। ਵੇਸ ਕਰੇ ਇੱਕ ਰੂਪ ਕੁਲੱਖਣੀ ਮਨ ਖੋਟੈ ਕੂੜਿਆਰ। ਫਿਰ ਕੇ ਪਾਣ ਨਾ ਚਲੇ ਹੁਕਮ ਕਰੇਗਾ ਵਾਰ। ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।
ਪਖੰਡ ਪੂਰਵਕ ਜੋ ਸਾਧਨਾ ਰੂਪ ਸ਼ਿੰਗਾਰ ਕਰਨੇ ਨੇ, 5 ਪ੍ਰਕਾਰ ਦਾ ਭਰਮ ਨਿਵਰਤ ਨਹੀਂ ਹੋਇਆ। ਜਗਿਆਸੂ ਰੂਪ ਇਸਤਰੀਆਂ ਆਪਣੇ ਸਰੂਪ ਤੋਂ ਭੁੱਲੀਆਂ ਹੋਈਆਂ ਨੇ। ਹਰ ਦੂਜਾ ਦੇਵੀ ਦੇਵਤਿਆਂ ਦੇ ਨਾਲ ਲੱਗਾ ਹੇਤ, ਉਹਨਾਂ ਦਾ ਹੇਤ ਪਿਆਰ ਲੱਗ ਰਿਹਾ, ਜਾਂ ਲੋਕਾਂ ਨੂੰ ਪੂਜਾ ਕਰਾਉਣੀ, ਇਹ ਦੂਜੇ ਪਾਸੇ ਚਿੱਤ ਲੱਗਾ ਹੈ। ਸੋ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਉਹਨਾਂ ਦੇ ਸਾਧਨਾ ਰੂਪ ਲੱਖਾਂ ਹੀ ਸ਼ਿੰਗਾਰ ਕਿਸੇ ਕੰਮ ਨਹੀਂ। ਜੋ ਪੈਰੀਂ ਪੌਂਡੇ ਆਦਿਕ ਪਾਉਣੇ, ਜਾਂ ਤੀਰਥਾਂ ਦੇ ਫਿਰਦੇ ਰਹਿਣਾ, ਜਾਂ ਐਵੇਂ ਹੀ ਧਰਤੀ ਦੇ ਫਿਰਦੇ ਰਹਿਣਾ, ਜਾਂ ਨੰਗੇ ਪੈਰੀਂ ਰਹਿਣਾ, ਜੁੱਤੀ ਹੋਈ ਨਾ ਪਾਉਣੀ, ਇਹ ਸਾਧਨ ਪੈਰਾਂ ਦੇ ਗਹਿਣੇ ਨੇ। ਫਿਰ ਦਿਸ਼ਾ ਕਰਕੇ ਆਪਣਾ ਸਰੀਰ ਕਰਕੇ ਦਿਸ਼ਾ ਬਸਣ ਰਹਿਣਾ, ਭਾਵ ਕੱਪੜੇ ਨਾ ਪਾਉਣੇ। ਸਿਆਲ ਦੇ ਮਹੀਨੇ ਪਾਲਾ ਅਤੇ ਗਰਮੀਆਂ ਦੇ ਮਹੀਨੇ ਗਰਮੀ ਸਾਰਨੀ। ਹੋਰ ਖੱਟ ਸੰਮਤੀ ਰੂਪੇ ਸਾਰੇ ਸਾਧਨ ਠੰਡੇ ਅਤੇ ਗਰਮ ਵਸਤਰ ਪਹਿਨਣੇ ਨੇ। ਜੋ ਹੱਥਾਂ ਨਾਲ ਦਿਖਾਵੇ ਮਾਤਰ ਦਾਨ ਕਰਨਾ ਇਹ ਕੰਗਣਾ ਹੈ। ਸਕਾਮ ਕਰਮਾਂ ਰੂ ਮੰਗਾਂ ਨੇ, ਜੋ ਬਗਲੇਵਤ ਬਿਰਤੀਆਂ ਰੋਕ ਕੇ ਦਿਖਾਉਣੀਆਂ ਛਾਪਾਂ ਛੱਲੇ ਨੇ। ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹ, ਏਤੇ ਵੇਸ ਕਰੇਂਦੀਏ ਮੁੰਦੇ, ਸਹੁਰਾ ਤੋ ਅਵਰਾਹ। ਮੁੰਦੇ ਅਗਿਆਤ ਜੋਬਨ ਬਾਲੀ ਦਾ ਨਾਮ ਹੈ। ਮਤਲਬ ਜਿਹਦੇ 'ਤੇ ਜਵਾਨੀ ਚੜ੍ਹੀ ਤਾਂ ਹੈ, ਪਰ ਉਹਨੂੰ ਪਤੀ ਦਾ ਉਹਦੀ ਖੁਸ਼ੀ ਲੈਣ ਦਾ ਸੋ ਉਹਦੀ ਮੱਤ ਨਹੀਂ ਹੈ। ਜੋ ਬਾਹਰਲੇ ਬਹੁਤੇ ਚਿੱਟੇ ਕੱਪੜੇ ਪਾ ਕੇ ਪਖੰਡੀ ਬਣ ਕੇ ਰਹਿਣਾ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੜ ਘੁੜ ਜੀਆ ਖਾਮਣੇ ਬੱਗੇ ਨਾ ਕਹੀਅਨ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਗਲ ਦੇ ਵਿੱਚ ਮਾਲਾ ਪਾਉਣੀ ਇਹ ਹਾਰ ਹੈ। ਕੋਈ ਰੁਦਰਾਖੀ, ਕੋਈ ਉਹਨਾਂ ਦੀ, ਕੋਈ ਕਾਠ ਦੀ ਪਾਉਂਦੇ ਨੇ। ਇਹਨਾਂ ਬਾਬਤ ਇਉਂ ਕਥਨ ਹੈ, ਕਬੀਰ ਵੈਸਨੋ ਹੁਆ ਤਾਂ ਕਿਆ ਭਇਆ, ਮਾਲਾ ਮਿਲਨੀ ਚਾਰ, ਬਾਹਰ ਕੰਚਨ ਬਾਰ ਹੈ, ਭੀਤਰ ਭਰੀ ਭੰਗਾਰ। कबीर जपनी काठ की क्या दिखलावे लोए, हृदय राम न चेतहि यह जपनी क्या होए। हृदय कूड़ कंठ रुद्राखं, ये जड़ियाँ माला पाउणियाँ ये हार दी न्याई। जो हार पवा के जलूस आदि कढाउणे, भावें ये हार भी गल च पवा ले। जो महावाकां दा उचार के सुनाउणा, ये पानां दा चबना। जो पखंड सहित शरधा वालियां गल्लां करनियां, सुपारियां खाणियां, इन्हां बारे इंज फरमान है, पान सुपारी खातियां, मुख बीड़ियां लाइयां, हर हर कदे ना चेत्यो, जां पकड़ चलाइयां। जो मिठे बचन बोलने पर दिल विच कपट है, ये बुल्लां नूं लाल करना है। फरीदा कन मसला सूफ गल, दिल काती गुड़वात, बाहर दिसै चानण, दिल अंधियारी रात। इस तरह का जो वैराग धार के विखाउणा है। आंखन भीतर तेल को डार, सो लोगन नीर बहाए दिखावे, ये चंदन ला के विखाउणा है। जो सजी सुर द्वारा ओंग ओंग उचार के श्वासां उपर चाढ़ना है, अंदर टिकाउणा है। ਅਤੇ ਫਿਰ ਖੱਬੀ ਸੁਰ ਦੁਆਰਾ ਉਸੇ ਤਰ੍ਹਾਂ ਸਵਾਸਾਂ ਨੂੰ ਉਤਾਰਨਾ ਹੈ। ਇਸ ਨੂੰ ਪੂਰਕ, ਕੁੰਭਕ ਅਤੇ ਰੇਚ ਕਹਿੰਦੇ ਨੇ। ਇਹ ਤੀਲੀ, ਲੌਂਗ ਅਤੇ ਨੱਥ ਆਦਿਕ ਪਾਉਣੇ ਨੇ। ਇਸ ਬਾਬਤ ਗੁਰੂ ਸਾਹਿਬ ਜੀ ਦਾ ਇੰਜ ਫਰਮਾਨ ਹੈ, ਗੰਗਾ ਖੜ ਸ਼ਾਸਤਰ ਹੋਏ ਗਿਆਤਾ, ਪੂਰਕ ਕੁੰਭਕ ਰੇਚ ਕਰਮਾਤਾ, राम नाम संग मन नहीं हेता, जो कश कीनो सो अनेता। खब्बी सुर द्वारा डोर पा के सजी नास द्वारा करनी, ये मछली पाउनी है। शास्त्र ज्ञान में चतुर हो जाना है, सुरमा पाउना है। काजल हार तमोल रस, बिन पसे हब रस शार। जो मत्थे विच टिक्का लाउणा है, ये त्राटक साधना है।
ਜਿਹੜੀਆਂ ਜਟਾਂ ਬਣਾਉਣੀਆਂ ਇਹ ਮੀਡੀਆਂ ਨੇ ਜੋ ਬੋੜ ਦਾ ਦੁੱਧ ਕੱਢ ਕੇ ਕੇਸਾਂ ਵਿੱਚ ਪਾਉਣਾ ਹੈ, ਮੌਂ ਪਾਉਣੀ ਹੈ। ਜਿਸ ਤਰ੍ਹਾਂ ਇਸਤਰੀਆਂ ਪੱਟੀਆਂ ਗੁੰਨਣ ਵਾਸਤੇ ਕੇਸਾਂ 'ਚ ਮੌਂ ਪਾਉਂਦੀਆਂ ਅਤੇ ਚੀਰ ਕੱਢ ਕੇ ਸੰਧੂਰ ਵੀ ਪਾਉਂਦੀਆਂ ਨੇ। ਸੋ ਜਟਾਂ ਵਿੱਚ ਸਵਾਹ ਪਾ ਕੇ ਧੂੜ ਦੇ ਸਹਿਤ ਕਰਨੀ ਹੈ, ਇਹ ਸੰਧੂਰ ਪਾਉਣਾ ਹੈ। ਜੋ ਜਟਾਂ ਦਾ ਮੁਕਟ ਆਦਿਕ ਸਿਰ 'ਤੇ ਬੰਨ੍ਹਣਾ ਹੈ, ਇਹ ਇਸਤਰੀਆਂ ਵਾਂਗ ਜੂੜਾ ਕਰਾਉਣਾ ਹੈ। ਜਾਂ ਅੰਤःਕਰਨ ਰੂਪ ਸੀਸ 'ਤੇ ਸੰਸਕਾਰਾਂ ਰੂਪ ਕੇਸਾਂ ਨੂੰ ਸਤੋਗੁਣ ਰੂਪ ਮੋਮ ਦੇ ਸਹਿਤ ਕਰਕੇ ਰਿੱਧੀਆਂ ਸਿੱਧੀਆਂ ਵਿੱਚ ਗੁੰਥਨ ਕਰਨਾ, ਇਹ ਪੱਟੀਆਂ ਗੰਦਾਉਣੀਆਂ ਨੇ। ਮੰਦ ਵੈਰਾਗ ਰੂਪ ਸੰਧੂਰ ਦਾ ਪਾਉਣਾ ਹੈ। ਤਿਲਕ ਛਾਪਾਂ ਲਗਾਉਣ ਰੂਪ ਚੀਰਨੀਆਂ ਕੱਢਣੀਆਂ ਨੇ। ਇਹਨਾਂ ਸ਼ਿੰਗਾਰਾਂ ਬਾਰੇ ਗੁਰੂ ਸਾਹਿਬ ਦਾ ਇਉਂ ਫਰਮਾਨ ਹੈ, ਮਾਠ ਗੁੰਦਾਈ ਪੱਟੀਆਂ ਭਰੀਆ ਮੰਗ ਸੰਧੂਰੇ, ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ। ਇਸ ਤਰ੍ਹਾਂ ਇਸਤਰੀਆਂ ਕੰਨਾਂ ਵਿੱਚ ਡੰਡੀਆਂ ਜਾਂ ਵਾਲੀਆਂ ਦੇ ਗਹਿਣੇ ਪਾਉਂਦੀਆਂ ਨੇ, ਸੀਸ 'ਤੇ ਸੱਗੀ ਫੁੱਲ ਪਾਉਂਦੀਆਂ ਅਤੇ ਅਤਰ ਫੁਲੇਲ ਆਦਿਕ ਲਗਾਉਂਦੀਆਂ ਨੇ। ਪਰ ਪਤੀ ਨਾਲ ਜਿਨ੍ਹਾਂ ਦਾ ਪਿਆਰ ਹੀ ਨਹੀਂ ਹੁੰਦਾ, ਐਵੇਂ ਤੁਰੀਆਂ ਫਿਰਦੀਆਂ ਸ਼ੀਸ਼ਾ ਵੇਂਦੀਆਂ, ਕਦੀ ਕਿਸੇ ਦੇ ਮੂੰਹ ਵੱਲ ਕਦੀ ਕਿਸੇ ਦੇ ਮੂੰਹ ਵੱਲ ਵੇਖਣਾ। ਜੇ ਨਹਾ ਧੋ ਕੇ ਸਾਰੇ ਸ਼ਿੰਗਾਰ ਲਾ ਕੇ ਸੁੰਦਰ ਸੇਜਾਂ 'ਤੇ ਵੀ ਬਿਰਾਜੀ ਰਹੇ, ਪਰ ਪਤੀ ਦੇ ਆਨੰਦ ਤੋਂ ਵਾਝੀ ਰਹਿ ਜਾਂਦੀ, ਉਹਦੀ ਖੁਸ਼ੀ ਹੋਈ ਨਹੀਂ। ਇਸੇ ਤਰ੍ਹਾਂ ਕੰਨਾਂ 'ਚ ਮੁੰਦਰਾਂ ਪਾਉਣ ਰੂਪ ਡੰਡੀਆਂ ਪਾ ਲਈਆਂ। ਸਰਵਣ ਫਾਰ ਮੁੰਦਰਾਂ ਦੋਏ ਡਾਰੀ, ਹਰ ਕੀ ਪ੍ਰੀਤ ਨਾ ਰੀਤ ਵਿਚਾਰੀ। ਉਗਤੀਆਂ ਜੁਗਤੀਆਂ ਵਲਛਲ ਵਾਲੀਆਂ ਗੱਲਾਂ ਵਿਦਵਾਨਾਂ ਪਾਸੋਂ ਸੁਣ ਕੇ ਕੰਨਾਂ 'ਚ ਪਾ ਲਈਆਂ, ਇਹ ਵਾਲੀਆਂ ਪਾਉਣੀਆਂ ਨੇ। ਜਿਹੜਾ ਸਾਰਿਆਂ 'ਚ ਆਪਣਾ ਜਸ ਕਰਵਾਉਣਾ, ਸੀਸ 'ਤੇ ਫੁੱਲ ਪਾਉਣਾ ਹੈ। ਮੂਲ ਦੁਆਰੇ ਰਾਹੀਂ ਪਾਣੀ ਉੱਪਰ ਚੜ੍ਹਾ ਕੇ ਨਾੜੀਆਂ ਧੋ ਕੇ ਮੈਲ ਉਤਾਰਨੀ ਹੈ, ਇਸ ਨੂੰ ਧੋਤੀ ਕਹਿੰਦੇ ਨੇ। ਇਹ ਇੱਕ ਪ੍ਰਕਾਰ ਦੇ ਕੱਪੜੇ ਧੋਣੇ ਨੇ। ਜੋ ਨੇਤੀ ਨਿਹੋਲੀ ਕਰਨੀ ਹੈ, ਇਸ਼ਨਾਨ ਕਰਨਾ ਹੈ। ਦੁਨੀਆ ਵਿੱਚ ਆਪਣੀ ਇੱਜ਼ਤ ਫੈਲਾਉਣੀ ਇਹ ਕਸਤੂਰੀ ਹੈ। ਪਖੰਡ ਅਤੇ ਵੈਰਾਗ ਰੂਪ ਚੰਦਨ ਲਾਉਣਾ ਹੈ। ਭਾਵੇਂ 16 ਪ੍ਰਕਾਰ ਦੇ ਜਾਂ 84 ਪ੍ਰਕਾਰ ਦੇ ਆਸਨ ਲੋ ਰੂਪ ਸੇਜਾ 'ਤੇ ਬਿਰਾਜ ਜਾਵੇ, ਜਾਂ ਪ੍ਰਾਣਾਯਾਮ ਰੂਪ ਪੌੜੀਆਂ ਚੜ੍ਹ ਕੇ ਦਸਮ ਦੁਆਰ ਰੂਪ ਚੁਬਾਰੇ ਵਿੱਚ ਸਹੰਸਰ ਦਲ ਕਬਲ ਰੂਪ ਸੇਜਾ ਨੂੰ ਸਵਾਰ ਲਵੇ, ਭਾਵ ਉੱਥੇ ਸਮਾਧੀ ਲਾ ਕੇ ਟਿਕ ਜਾਵੇ। ਪਰ ਜੇਕਰ ਪਤੀ ਪਰਮਾਤਮਾ ਨਾਲ ਪ੍ਰੇਮ ਨਹੀਂ, ਪ੍ਰੇਮ ਹੋਰਨਾਂ ਦੇ ਨਾਲ ਹੀ ਲਾਇਆ ਹੋਇਆ, ਦੂਜਾ ਲੱਗਾ ਹੈ ਦੁਨਿਆਵੀ ਪਦਾਰਥਾਂ ਵਿੱਚ ਪ੍ਰੇਮ ਹੈ, ਦੁਨਿਆਵੀ ਲੋਕਾਂ ਵਿੱਚ ਸਤਿਕਾਰ ਕਰਾਉਣ ਨਾਲ ਪ੍ਰੇਮ ਹੈ, ਫਿਰ ਇਸ ਤਰ੍ਹਾਂ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਬਾਰੇ ਤਾਂ ਇੰਝ ਫਰਮਾਨ, ਕਾਰਿਆ ਪਰਨ ਸਵਾਰੀ ਸੇਜਾ, ਕਾਮਣ ਥਾਟ ਬਣਾਇਆ, ਸੰਗ ਨਾ ਪਾਇਓ ਆਪਣੇ ਭਰਤ, ਵੇਖ ਵੇਖ ਦੁੱਖ ਪਾਇਆ। ਇਸ ਕਰਕੇ ਗੁਰੂ ਜੀ ਸਮਝਾਉਂਦੇ ਨੇ ਕਿ ਜਿਵੇਂ ਕੋਈ ਇਸਤਰੀ ਲੱਖ ਸ਼ਿੰਗਾਰ ਬਣਾਇਆ, ਲੱਖਾਂ ਹੀ ਸ਼ਿੰਗਾਰ ਕਰਕੇ ਸੁੰਦਰ ਸੇਜਾ 'ਤੇ ਬਿਰਾਜ ਰਹੇ, ਕਾਰਜ ਨਾਹੀਂ ਕੇ। ਪਰ ਜੇ ਪਤੀ ਦਾ ਮਿਲਾਪ ਹੀ ਨਹੀਂ, ਉਹਦੀ ਖੁਸ਼ੀ ਨਹੀਂ, ਉਹਦੇ ਤੋਂ ਬਿਨਾਂ ਸੇਜਾ ਅਤੇ ਸ਼ਿੰਗਾਰ ਉਹਦੇ ਦੁੱਖ ਦਾ ਕਾਰਨ ਹੁੰਦੇ ਨੇ। ਉਹ ਵਿਚਾਰੀ ਵੇਖ ਵੇਖ ਕੇ ਝੂਰਦੀ ਅਤੇ ਦੁੱਖ ਪਾਉਂਦੀ ਹੈ। ਇੰਝ ਜੀਵ ਰੂਪ ਇਸਤਰੀ ਭਾਵੇਂ ਲੱਖਾਂ ਸਾਧਨਾਂ ਰੂਪ ਸ਼ਿੰਗਾਰ ਕਰ ਲਵੇ, 10ਵੇਂ ਦੁਆਰ 'ਚ ਸਮਾਧੀ ਲਾ ਕੇ ਬੈਠੀ ਰਹੇ, ਕਾਰਜ ਨਾਹੀਂ ਗੇ। ਅਤੇ ਜੇ ਰੱਬ ਹੀ ਨਹੀਂ ਮਿਲਿਆ, ਪਤੀ ਪਰਮਾਤਮਾ ਅੰਤःਕਰਨ ਵਿਸੇਜਾ 'ਤੇ ਪ੍ਰਗਟ ਹੀ ਨਹੀਂ ਹੋਇਆ, ਤਾਂ ਕਿਸੇ ਕੰਮ ਨਹੀਂ, ਸਗੋਂ ਦੁੱਖਾਂ ਦਾ ਹੀ ਕਾਰਨ ਹੁੰਦੇ। ਕਿਉਂਕਿ ਬਹੁਤੇ ਸਾਧਨਾ ਕਰਕੇ ਹੰਗਤਾ ਆ ਜਾਂਦੀ ਹੈ, ਜੋ ਸਾਰੇ ਦੁੱਖਾਂ ਦਾ ਮੁੱਢ ਹੈ। ਇਹਨਾਂ ਕਰਕੇ ਭਗਤੀ ਅਤੇ ਨਿਮਰਤਾ ਨਹੀਂ ਆਉਂਦੀ। ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ, ਫਰੀਦਾ ਰਹੀ ਸੁਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਸੋ ਪਹਿਲੀ ਗੱਲ ਤਾਂ ਗੁਰੂ ਘਰ ਦੇ ਵਿੱਚ ਜਿਹੜੀਆਂ ਅੰਮ੍ਰਿਤਧਾਰੀ ਬੀਬੀਆਂ ਨੇ, ਭਾਵੇਂ ਤਾਂ ਉਹ ਕੁਆਰੀਆਂ ਨੇ ਅਤੇ ਭਾਵੇਂ ਉਹ ਵਿਆਹੀਆਂ ਨੇ, ਉਹਨਾਂ ਨੂੰ ਸ਼ਿੰਗਾਰ ਕਰਨ ਦੀ ਮਨਾਹੀ ਹੈ। ਜੋ ਸਾਉਣ ਦੇ ਮਹੀਨੇ ਤੀਆਂ ਆਦਿਕ ਲੱਗਦੀਆਂ, ਇਹਨਾਂ ਦੀ ਬੈਕਗਰਾਊਂਡ ਵੀ ਬੜੀ ਸ਼ਰਮਸ਼ਾਰ ਕਰਨੇ ਵਾਲੀ ਹੈ। ਜਦੋਂ ਤੁਰ ਕੇ ਇੱਥੇ ਆਉਂਦੇ ਸੀਗੇ ਤਾਂ ਹਿੰਦੂਆਂ ਦੀਆਂ ਬਹੁ ਬੇਟੀਆਂ
ਉਹ ਸਾਰੀਆਂ ਨੂੰ ਖੁੱਲ੍ਹੀ ਜਗ੍ਹਾ 'ਤੇ ਉਹਨਾਂ ਕਹਿਣਾ ਵੀ ਇੱਥੇ ਆਓ। ਜਿਹੜੀਆਂ ਘਰ 'ਚ ਰਹੀਆਂ ਉਹਨਾਂ ਦੇ ਘਰ ਤੋਂ ਬਾਹਰ ਕਰ ਦਿਆਂਗੇ, ਉਹ ਵਿਚਾਰੀਆਂ ਡਰਦੀਆਂ ਆ ਜਾਂਦੀਆਂ। ਅਤੇ ਉਹਨਾਂ ਨੂੰ ਕਹਿਣਾ ਵੀ ਸ਼ਿੰਗਾਰ ਕਰਕੇ ਇੱਥੇ ਨੱਚੋ, ਨੱਚਦੀਆਂ ਨੂੰ ਵੇਖਣਾ। ਅਤੇ ਜਿਹੜੀਆਂ ਪਸੰਦ ਆ ਜਾਣੀਆਂ ਉਹਨਾਂ ਨੂੰ ਲੈ ਜਾਣਾ ਅਤੇ ਜਾ ਕੇ ਉੱਥੇ ਕਾਬਲ ਦੇ ਵਿੱਚ ਅਫਗਾਨਿਸਤਾਨ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ 'ਤੇ ਵੇਚ ਕੇ ਆਪਦੇ ਘਰ ਦੀਆਂ ਗੁਲਾਮ ਬਣਾ ਲੈਣੀਆਂ। ਇਸ ਲਈ ਗੁਰੂ ਘਰ ਦੇ ਵਿੱਚ ਨੱਚਣ ਦੀ, ਗਾਉਣ ਦੀ ਅਤੇ ਸ਼ਿੰਗਾਰ ਕਰਨ ਦੀ ਬਿਲਕੁਲ ਮਨਾਹੀ ਹੈ, ਕਿਉਂਕਿ ਦੇਹ ਨੂੰ ਸਵਾਰਨ ਦੇ ਵਿੱਚ ਹੀ ਲੱਗੇ ਰਹਿਣਾ ਇਹਦਾ ਕੋਈ ਫਾਇਦਾ ਨਹੀਂ। ਜਿਤ ਦਿਨ ਦੇਹ ਬਿਨਸ ਸੀ, ਜਿਸ ਦੇਹ 'ਤੇ ਆਪਾਂ ਚੰਗੇ ਗਹਿਣੇ ਪਾਉਂਦੇ ਹਾਂ, ਚੰਗੀਆਂ ਸੁਗੰਧੀਆਂ ਸੁਰਖੀਆਂ ਬਿੰਦੀਆਂ ਲਾਉਂਦੇ ਹਾਂ, ਸੋਹਣੇ ਸੋਹਣੇ ਕਢਾਈ ਵਾਲੇ ਸੂਟ ਕੱਪੜੇ ਪਾਉਂਦੇ ਹਾਂ, ਭਾਵੇਂ ਲੱਖਾਂ ਹੀ ਸ਼ਿੰਗਾਰ ਬੰਦਾ ਲਾ ਲਵੇ ਜਾਂ ਸਾਧਨਾ ਰੂਪ ਸ਼ਿੰਗਾਰ ਲਾਵੇ ਜਾਂ ਦੋਵੇਂ ਹੀ ਸਮਝ ਲੈਣੇ। ਜਿਸ ਦਿਨ ਇਹ ਸ਼ਿੰਗਾਰੀ ਹੋਈ ਦੇਹ ਨਾਸ ਹੋ ਜਾਂਦੀ ਹੈ, ਭਾਵ ਸਵਾਸ ਨਿਕਲ ਜਾਂਦੇ ਨੇ, ਤੇ ਤਵੇਲਾ ਕੈਸਨ ਪ੍ਰੇਤ, ਉਸ ਸਮੇਂ ਇਸ ਦੇਹ ਨੂੰ ਮਾਂ ਕੀ, ਪਿਓ ਕੀ, ਪੁੱਤਰ ਕੀ, ਧੀਆਂ ਆਦਿ ਸਭ ਪ੍ਰੇਤ ਪ੍ਰੇਤ ਕਰਕੇ ਦੂਰ ਭੱਜ ਜਾਂਦੇ ਨੇ। ਉਹੀ ਬੰਦਾ ਹੈ ਜਿਹਦੀਆਂ ਆਪਾਂ ਪਰਿਕਰਮਾ ਕਰਦੇ ਨਹੀਂ ਥੱਕਦੇ, ਲੱਗ ਲਗੇ ਤੁਰੇ ਫਿਰਦੇ ਹਾਂ, ਦਿਨੇ ਰਾਤ ਇੱਕ ਦੂਜੇ ਦੇ ਨਾਲ ਰਹਿੰਦੇ ਹਾਂ, ਅਤੇ ਜਦ ਉਹ 'ਚੋਂ ਸਵਾਸ ਨਿਕਲ ਜਾਂਦੇ ਕਹਿੰਦੇ ਪਰੇ ਜੀ, ਪਰੇ ਪਰੇ, ਇਹਨੂੰ ਮੰਜੇ ਤੋਂ ਲਾਹ ਦਿਓ ਜੀ, ਇਹਨੂੰ ਵਿਹੜੇ 'ਚ ਰੱਖ ਦਿਓ ਜੀ, ਇਹਨੂੰ ਕੱਢੋ ਜੀ, ਕੱਢੋ ਜੀ। ਦੱਸੋ ਹੈ ਦੁਨੀਆ ਦੀ ਮੂਰਖਤਾ? ਬੰਦਾ ਤਾਂ ਉਹੀ ਆ, ਪਰ ਗੱਲ ਕੀ ਹੈ, ਉਹਦੇ 'ਚੋਂ ਭਗਵਾਨ ਨਿਕਲ ਗਿਆ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ, ਅਰਫਨ ਗ੍ਰਹਿ ਕੀ ਨਾ ਰਹਾਉ, ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋਊ ਨ ਰੱਖੈ, ਘਰ ਤੇ ਦੇਤ ਨਿਕਾਰ। ਘਰ 'ਚੋਂ ਬਾਹਰ ਕੱਢ ਦਿੰਦੇ। ਘਰ ਵਾਲੀ ਸਭ ਤੋਂ ਨਜ਼ਦੀਕ ਸੰਬੰਧੀ ਮੰਨੀ ਹੈ। ਨਵੇਂ ਪਾਤਸ਼ਾਹ ਉਹਦੀ ਬਾਬਤ ਵੀ ਕਹਿੰਦੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਇਸ ਜੀਵ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ? ਮਹਾਰਾਜ ਫਰਮਾਉਂਦੇ ਨੇ, ਪਕੜ ਚਲਾਏ ਨ ਦੂਤ ਜਮ, ਧਰਮ ਰਾਜਾ ਦੇ ਜਿਹੜੇ ਭਿਆਨਕ ਜਮਦੂਤ ਨੇ ਉਹ ਆ ਕੇ ਪਕੜ ਲੈਂਦੇ ਨੇ। ਕਿਸੇ ਨੂੰ ਪਹਿਲਾਂ ਸੁਨੇਹਾ ਨਹੀਂ ਭੇਜਦੇ ਕਿ ਅਸੀਂ ਲੈਣ ਵਾਸਤੇ ਆ ਰਹੇ ਹਾਂ, ਜਾਂ ਜਦ ਫੜ ਕੇ ਪਰਲੋਕ ਨੂੰ ਤੋਰਦੇ ਨੇ ਤਾਂ ਕਿਸੇ ਨਾ ਦੇਣੀ ਭੇਤ। ਇਹ ਭੇਦ ਕਿਸੇ ਨੂੰ ਨਹੀਂ ਦਿੰਦੇ ਕਿ ਅਸੀਂ ਇਸ ਨੂੰ ਕਿਸ ਨਰਕ 'ਚ ਪਾਵਾਂਗੇ। ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰ, ਕਿਸੇ ਨਾ ਮਿਲਿਆ ਭੇਤ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੁਆ ਦੋ ਆਲੈਖਨ ਮੈਂ ਭਇਆ ਪਰਾਇਆ। ਬੁੱਧ ਵਿਸਰਜੀ ਗਈ ਸਿਆਨਬ, ਜੇ ਸਿਉ ਲਾਇਆ ਹੇਤ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ। ਤੇ ਇਉਂ ਮਹਾਰਾਜ ਦਾ ਫਰਮਾਨ ਹੈ। ਇਸਤਰੀ ਪਾਸ ਖੜੀ ਰਹਿ ਜਾਂਦੀ, ਨਵਾਂ ਹੱਥ ਫੜੀਆਂ ਰਹਿ ਜਾਂਦੀਆਂ, ਭੈਣ ਭਰਾ ਸੰਬੰਧੀ ਘੇਰਾ ਕੱਤੀ ਖੜੇ ਰਹਿ ਜਾਂਦੇ। ਉਦੋਂ ਪਤਾ ਲੱਗਦਾ ਜਦੋਂ ਕਹਿੰਦੇ ਆਹ ਲੋ ਨਬਜ਼ ਖੜ ਗਈ, ਸਵਾਸ ਆਉਣੋਂ ਹਟ ਗਏ, ਸਾਰੇ ਮੁੜ ਕੇ ਰੋਣ ਪਿੱਟਣ ਲੱਗ ਪੈਂਦੇ, ਪਰ ਨਾਲ ਕੋਈ ਨਹੀਂ ਗਿਆ। ਭੈ ਰੋਵੈ ਗੁਣ ਸਾਰ ਸੰਭਾਲੇ, ਉਹ ਮਰੈ ਨ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸੇ ਜਾਣ, ਰੋਵੈ ਸਾਚ ਸੰਭਾਲੇ। ਜਾਂ ਝੂਠਾ ਰੁਦਨ ਹੁਆ ਦੋ ਆਲੈਖਨ ਮੈਂ ਭਇਆ ਪਰਾਇਆ। ਸੋ ਇੰਝ ਮਹਾਰਾਜ ਫਰਮਾਉਂਦੇ ਨੇ, ਛੱਡ ਖੜੋ ਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਸੰਬੰਧੀਆਂ ਤੇ ਧੀਆਂ ਪੁੱਤਰਾਂ ਨਾਲ ਬਹੁਤਾ ਪ੍ਰੇਮ ਲੱਗਾ ਹੋਇਆ ਸੀ, ਆਪਣੀ ਘਰ ਵਾਲੀ ਬਹੁਤੇ ਪਿਆਰ ਵਾਲੀ ਮੰਨੀ ਹੋਈ ਸੀ, ਜਿਨ੍ਹਾਂ ਦੀ ਪਾਲਣਾ ਪੋਸ਼ਣਾ ਵਾਸਤੇ ਦਿਨ ਰਾਤ ਦੁਖੀ ਹੋ ਕੇ ਚੋਰੀਆਂ ਕਰਕੇ, ਠੱਗੀਆਂ ਮਾਰ ਕੇ, ਵਲਛਲ ਕਰਕੇ, ਬਹੁਤ ਤਰ੍ਹਾਂ ਦੇ ਪਾਪ ਕਰਕੇ ਮਾਇਆ ਲਿਆਉਂਦਾ ਸੀ, ਆਪ ਦਾ ਪਰਿਵਾਰ ਸਮਝ ਕੇ ਮੂੰਹ ਵਿੱਚ ਪਾਉਂਦਾ ਸੀ, ਉਹ ਇਹਦੇ ਪਿਆਰੇ ਸੰਬੰਧੀ ਸਮੇਤ ਘਰ ਵਾਲੀ ਦੇ ਜਦ ਸਵਾਸ ਨਿਕਲ ਜਾਂਦੇ ਤਾਂ ਛੱਡ ਖੜਾਉਂਦੇ ਨੇ। ਬਹੁ ਪਰਪੰਚ ਕਰ ਪਰ ਤਨ ਲਿਆਵੇ,
ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ। ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਨਾਵੇਂ ਪਾਤਸ਼ਾਹ ਫਰਮਾਉਂਦੇ ਨੇ, ਜਗਤ ਮੈਂ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ ਰਹਾਉ। मेरो मेरो सब कहत है। हित स्यों बाध्यो चीत। अंत काल संगी न को यह अचरज है रीत। मन मूर्ख अजहू न समझत। सिख दे हारियो नीत। नानक भोजन पार पर जो गावे प्रभ के गीत। ये जीव दे तीन मित्र मन्ने ने। एक धन है, दूजे संबंधी ने, तीजे कर्म ने। धन अपने संबंधियों तो भी प्यारा मन्निया, क्योंकि जड़ियाँ मावां ने सके पुत्तां तो, सकियां धीआं तो, सकियां भरावां तो, सकियां नूहां जिन्हां तो पानी मार के पींदा हुंदा ते पता नहीं 50-50 लाख रुपया ला के वो घर लियांदियां, उन्हां तो भी लिखा के रखदियां ने। इन्ना प्यारा धन गहना ते धन। पर जिन्ना चिर बंदे दे श्वास चलते हैं उन्ना चिर ही धन मित्र है। जब शरीर विचों श्वास निकल जाते उदों ही धन नूं संबंधी सांभ लैंदे ने। या उधरों बंदे दा घोरड़ू वजदा हुंदा, उहदे भाऽ दी बनी हुंदी है, यमदूत डंडे मारदे हुंदे, ये अपने मन च वंडियां पा लैंदे, शरीर नूं फिर चुकदे ने। कहत कबीर सुनो रे संतो। अन धन कछुए लै न गयो। आई तलब गोपाल राय की माया मंदिर छोड़ चलियो। पहला तो अपने हथी कुछ दान नहीं करता, पिछों अंत समय हत्थां नाल इशारा करके कहंदा कि उत्थे धन दबिया, उठ के दान कर दिओ, क्योंकि परलोक विच मेरी सहायता होवे। दसो दान किसी ने की करना। सगों अगों आंदे ने कि ये उवें कह रहा है कि मेरे कोल धन तां बहुत सीगा, पर मैं इन्हां मंदिरां पर खर्च कर दिता है, इउं कह के टाल दिंदे हन। सो दूजे ने संबंधी जद तक जिखा विच इहदे हथ पैर नहीं सड़दे, संबंधी भी उन्ना चिर ही शमशान भूमि च रहिंदे ने। जदों अद्धा शरीर सड़ जांदा उदों तीले तोड़ के इउं कह दिंदे ने, जत्र आया तत्र गश्ती। जिधरों तू आया सी उधर ही चला जा, तू साडा नहीं, असी तेरे नहीं, साडी इच्छा ना करी। सो शमशान भूमि तक ही संबंधी इहदे मित्र ने। मर हट लग सब लोग कुटुंब मिल, हंस अकेला जाए। मर कट लो सब लोग कुटुंब भयो, आगे हंस अकेला। तीजे बंदे दे कर मित्र ने जो दरगाह विच काम आउंदे ने। फरीदा अमल जे कीते दुनी विच, दरगाह आए कम। इसलिए हरेक इंसान नूं चंगे कर्म करने चाहिए ने। होर तां की आखीए, जिहड़े इंदर हथ पैर नेत्र आदि इंदर इहदे नाल पैदा होए ने, जिन्हां नाल खाण पीण दा अत्यंत प्रेम लगा है, ये भी इहदे पहलां ही जवाब दे दिंदे ने। नैनो नीर बह तन खीना, पए केस दुधवानी। रुधा कंठ शब्द नहीं उचरै, अब क्या करे पुरानी। चबन चलन रतन से सुनियर बह गए, हेड़े मुती ताह से जानी चल गए। चबन वाले दंद भी निकल जाते, चलन वाले पैर भी रह जाते, रत्ना वर्गे नेत्रां तो दिसनों रह जाता, कन्न भी सुननों रह जाते। जिहड़ा हेड़े शरीर है ताहा मारदा कि जिहड़े मेरे नाल पैदा होए सन, ये मैनू पहलां ही छड्ड गए ने। इंज जिन्हां नाल इहदा प्रेम लगा होया सी, जिनसों लगा हेत वो इनू सारे छड्ड जांदे ने। फिर ये की करदा, हाथ मरोड़ै तन कपे, स्याहो हुआ सेत। पहला जवान अवस्था दे विच हत्थां नूं मरोड़ना हुंदा सीगा कि मेरे बराबर कोई बल वाला नहीं है, अते शरीर नूं बांदरां दी तरह टपाउंदा सीगा।
ਭਾਵ ਬੜਾ ਚੰਚਲ ਹੁੰਦਾ ਸੀ। ਸਿਆਹ ਹੋ ਕਾਲਾ ਦਾਗ ਨਹੀਂ ਸੀ ਲੱਗਣ ਦਿੰਦਾ, ਬੜਾ ਚਿੱਟਾ ਬਣ ਕੇ ਦਿਖਾਉਂਦਾ ਹੁੰਦਾ ਸੀ। ਭਾਵ ਚਿੱਟੇ ਪਾਊਡਰ ਕਰੀਮਾਂ ਮਲ ਮਲ ਕੇ, ਸਾਬਣ ਦੀਆਂ ਗਾਚੀਆਂ ਮਲ ਮਲ ਘਸਾ ਛੁੱਟੀਆਂ, ਗੋਰਾ ਚਿੱਟਾ ਰੰਗ ਕਰਦਾ ਸੀਗਾ। 5-5 ਹਜ਼ਾਰ ਦਾ ਪੈਕੇਜ ਲੈ ਕੇ ਤੇ ਕੋਈ ਬਿਊਟੀ ਪਾਰਲਰ ਦੀ ਦੁਕਾਨ ਨਹੀਂ ਛੱਡੀ। ਪਹਿਲਾਂ ਨਾਈ ਹੁੰਦੇ ਸੀ, ਨਾਈ, ਤੇ ਅੱਜ ਕੱਲ੍ਹ ਉਹਨਾਂ ਦਾ ਨਾਮ ਰੱਖ ਦਿੱਤਾ ਬਿਊਟੀ ਪਾਰਲਰ। ਤੇ ਬੜੀ ਬੜੀ ਮੋਟੀ ਰਕਮ ਦੇ ਕੇ ਨਾਲੇ ਤਾਂ ਲੋਕ ਸਿਰ ਵਢਾਉਂਦੇ ਨੇ, ਮਤਲਬ ਗੰਦਾ ਜੋ ਵੀ ਉਹਨਾਂ ਦਾ ਸਾਜ਼ ਬਾਜ ਹੈ ਸਿਰ ਨੂੰ ਲਵਾਉਂਦੇ, ਦਾੜੀ ਮੁੱਛਾਂ ਸਵਾਰਦੇ। ਕੀ ਜੀ ਆਖੇ ਸਹੁਰੇ ਜਾਣਾ ਹੈ, ਮੂੰਹ ਸਵਾਰ ਦਿਓ, ਤੇ ਨਾਲੇ ਪੈਸੇ ਦਿੰਦੇ, ਨਾਲੇ ਕੇਸ ਕਟਾਉਂਦੇ। ਗੁਰੂ ਵੱਲੋਂ ਵੀ ਝੂਠੇ ਪੈਸੇ ਦੀ ਵੀ ਬਰਬਾਦੀ। ਇਉਂ ਜੇ ਇਹਦੇ ਤੇ ਉਜਲ ਬਸਤਰ ਪਹਿਨਦਾ ਸੀਗਾ, ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇ। ਜਦ ਅੰਤ ਦਾ ਸਮਾਂ ਆਉਂਦਾ ਤਾਂ ਬੁੱਢਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਉਦੋਂ ਹੱਥਾਂ ਨੂੰ ਮਰੋੜਦਾ ਕਿ ਮੇਰੇ 'ਚ ਬਲ ਨਹੀਂ ਰਿਹਾ। ਫਿਰ ਇਸ ਤਰ੍ਹਾਂ ਕਹਿੰਦਾ ਵੀ ਮੈਂ ਕੀ ਕਰਾਂ, ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ, ਸਰੀਰ ਕੰਬਣ ਲੱਗ ਜਾਂਦਾ। ਜਾਂ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇ। ਜਦ ਮੌਤ ਦਾ ਸਮਾਂ ਆਉਂਦਾ ਤਾਂ ਸਰੀਰ ਨੂੰ ਤੋੜ ਕੇ, ਹੱਥ ਮਰੋੜ ਕੇ ਆਪਣੀ ਪੀੜ ਨੂੰ ਦੱਸਦਾ। ਜਦ ਸੂਖਮ ਸਰੀਰ ਨੂੰ ਜਮ ਅੰਦਰੋਂ ਕੱਟਦੇ ਨੇ ਤਾਂ ਜਿੱਥੇ ਪਹਿਲਾਂ ਗੋਰਾ ਚਿੱਟਾ ਰੰਗ ਹੁੰਦਾ ਸੀਗਾ ਤਾਂ ਉਹ ਝੱਟ ਹੀ ਡੱਬ ਖੜਬਾ ਜਿਹਾ ਕਾਲਾ ਪੀਲਾ ਜਿਹਾ ਹੋ ਜਾਂਦਾ। ਕੁਛ ਪਤਾ ਹੀ ਨਹੀਂ ਲੱਗਦਾ ਵੀ ਇਹ ਕਾਲਾ ਹੈ, ਗੋਰਾ ਹੈ, ਕੀ ਹੈ, ਇੱਕਦਮ ਹੀ ਹੋਰ ਹੀ ਤਰ੍ਹਾਂ ਦਾ। ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇ। ਤੇ ਜਦੋਂ ਇਸ ਜੀਵ ਨੂੰ ਯਮਦੂਤ ਬੰਨ੍ਹ ਕੇ ਲਿਜਾਂਦੇ ਨੇ, ਇਹਦੇ ਹੱਥਾਂ ਆਦਿਕ ਅੰਗਾਂ ਨੂੰ ਮਰੋੜਦੇ ਤੇ ਸੂਖਮ ਸਰੀਰ ਕੱਟਦੇ ਨੇ, ਭਾਵ ਮਾਰਦੇ ਕੁੱਟਦੇ ਨੇ, ਤਦੋਂ ਸਾਰਾ ਹਨੇਰਾ ਚੁੱਕਿਆ ਜਾਂਦਾ ਤੇ ਐਨ ਚਿੱਟ ਚਟਾਨ ਦਿਨ ਚੜ੍ਹ ਆਉਂਦਾ। ਭਾਵ ਸਮਝਦਾ ਕਿ ਮੇਰੇ ਕਰਮਾਂ ਦਾ ਹੀ ਮੈਨੂੰ ਫਲ ਮਿਲ ਰਿਹਾ। ਜਾਂ ਮੈਨੂੰ ਇਉਂ ਆਂਦੇ ਨੇ, ਜੇ ਹਾਂ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਇਹ ਸਰੀਰ ਰੂਪ ਧਰਤੀ ਆ ਭਾਈ, ਇਹਦੇ ਵਿੱਚ ਜਿਹੋ ਜਿਹਾ ਕਰਮ ਕਰਨ ਨੂੰ ਬੀਜ ਬੀਜਦਾ ਉਹੋ ਜਿਹਾ ਹੀ ਕੱਟਦਾ, ਭਾਵ ਦੁੱਖ ਸੁੱਖ ਭੋਗਦਾ। ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਜ਼ਿਮੀਂਦਾਰ ਬੀਜੇ ਖੇਤ ਵਿੱਚ ਕਿੱਕਰਾਂ ਤੇ ਚਾਹੇ ਬਜੌਰ ਦੇਸ਼ ਦੀਆਂ ਦਾਖਾਂ, ਦਾਖਾਂ ਕਹਿੰਦੇ ਨੇ ਅੰਗੂਰ ਨੂੰ, ਤਾਂ ਨਹੀਂ ਮਿਲ ਸਕਦੀਆਂ। ਜੇ ਅੱਕ ਬੀਜ ਕੇ ਅੰਬ ਚਾਹੇ ਤਾਂ ਨਹੀਂ ਮਿਲ ਸਕਦੇ। ਜੇ ਕਤਾਉਂਦਾ ਤਾਂ ਕੋਈ ਊਠਾਂ ਦੀ ਉੱਨ ਹੈ, ਪਰ ਚਾਹੇ ਕਿ ਰੇਸ਼ਮ ਦੇ ਬਸਤਰ ਮੈਂ ਪਹਿਨ ਲਵਾਂ, ਇੰਜ ਕਿਵੇਂ ਹੋ ਸਕਦਾ। ਇਸੇ ਪ੍ਰਕਾਰ ਕੋਈ ਕਿੱਕਰਾਂ ਬੀਜਣ ਦੀ ਤਰ੍ਹਾਂ ਕਰਦਾ ਤਾਂ ਨਖਿੱਧ ਕਰਮ ਹੈ, ਜਿਨ੍ਹਾਂ ਤੋਂ ਵੇਦ ਤੇ ਸ਼ਾਸਤਰ ਰੋਕਦੇ ਨੇ। ਤੇ ਚਾਹੁੰਦਾ ਬਜੋਰ ਦੇਸ਼ ਦੀਆਂ ਦਾਖਾਂ ਦੀ ਤਰ੍ਹਾਂ ਬੈਕੁੰਠ ਦੀਆਂ 4 ਪ੍ਰਕਾਰ ਦੀਆਂ ਮੁਕਤੀਆਂ ਦੱਸੋ ਕਿਵੇਂ ਮਿਲਣਗੀਆਂ। ਜਿਸ ਤਰ੍ਹਾਂ ਕੋਈ ਊਠਾਂ ਦੀ ਉੱਨ ਕਤਾਉਂ ਰੂਪ ਕਰਦਾ ਤਾਂ ਸਕਾਮ ਕਰਮ ਹੈ, ਤੇ ਚਾਹੁੰਦਾ ਪੱਟ ਦੀ ਤਰ੍ਹਾਂ ਜੀਵਨ ਮੁਕਤੀ ਦਾ ਆਨੰਦ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਅਵਸਥਾ ਦੱਸੋ ਕਿਵੇਂ ਮਿਲ ਸਕਦੀ ਹੈ, ਭਾਵ ਨਹੀਂ ਮਿਲ ਸਕਦੀ। ਜਿਹੋ ਜਿਹਾ ਕੋਈ ਕਰਮਾਂ ਨੂੰ ਬੀਜ ਬੀਜਦਾ ਉਹੋ ਜਿਹਾ ਫਲ ਪਾਉਂਦਾ। ਮਾੜੇ ਕਰਮਾਂ ਦਾ ਫਲ ਦੁੱਖ, ਚੰਗੇ ਕਰਮਾਂ ਦਾ ਫਲ ਸੁੱਖ ਮਿਲਦਾ। ਇਸ ਲਈ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ। ਹੁਣ ਕਲਯੁਗ ਦਾ ਭਿਆਨਕ ਸਮਾਂ, ਨਾਮ ਬੀਜਣ ਦੀ ਰੁੱਤ ਜੇ, ਨਾਮ ਨੂੰ ਬੀਜੋ ਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬੀਜੋ। ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਗਿਆ ਕਾਹੀ। ਹੋਰ ਕਰਮ ਤਨ ਫਲ ਨਹੀਂ ਦਿੰਦੇ, ਹੋਰ ਯੁੱਗਾਂ 'ਚ ਫਲਦੇ ਸੀਗੇ। ਚੌਹੋਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਲ ਮੈਂ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਸੋ ਇੰਜ ਸਤ ਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। तीनों जुग तीनों दिड़, कल केवल नाम आधार। जे रुत होर होवे बीज होर बीजो भी नहीं फलदा, करुता बीज बीजे नहीं जमै, सब लाहा मूल गवाइंदा। आन रुती आन बोईए फल ना फूलै ताहे। सो हुण नाम बीजन दी वत है,
रे मन बत्तर बीजर नाओ, बत्तर बीजन नाओ, बोए खेती लाए मनुआ, भलो समो सो आओ। सो वत लगी सचे नाम की, जो बीजे सो खाए। इसलिए जिन ऐसा हर नाम न चेत्यो, से काहे जग आए राम राजे। एहो मानस जन्म दुलंभ है, नाम बिना बिरथा सब जाए। हुण वतै हर नाम न बीजियो, अगे भुखा गया खाए। मन मुखा नो फिर जन्म है, नानक हर पाए। इस करके केवल नाम जपो रे प्राणी, परो एक की सरना। मन नूं निमरता सहित करो, धरती बनाओ, सिमरन दा बीज बीजो, पापां दी प्याजी कड्डो, ममता दा मोथा पुट्टो, ईरखा रूपी इट सिट पुट्टो, विकारां दे अक वड्डो। विचार रूप खुरपे नाल पापां रूप कख कढ के, उदम रूप हल लैके, दया ते धर्म रूप बलद जोड़ के, नाम दा सिमरन करन रूप माल पा के, करना मुदता मैत्री ते अपेक्षा रूप टंडा पा के, तर तीबर तरता वैराग आदि दे बूड़िए पा के, उपासना रूप गर्दल पा के, मोख रूप लठ पा के, शुभ गुणा रूप खेती नूं सिंजो, तां शरधा रूप जड़ ला के, प्रेम रूप अंकुर पैदा होवेगा। सत संतोख रूप पत्ते ला के, ब्रह्म विद्या रूप डड्डे लगदे ने। अपने स्वरूप दी लखता रूप अनाज पैदा हुंदा, जिस विच ब्रह्मानंद रूप रस पैंदा है। तिस दे ताई धारण करके जीव पुणे दी अल्पगता रूप कमजोरी मिट जाती है। ब्रह्म दे विच अभेद होण रूप पुष्टि हो आउंदी है। ऐसी अवस्था नूं प्राप्त करके हंगता रूप रोग तो बच जाईदा है। नानक प्रभ सरनागति, चरण बोहित प्रभ देत। गुरु जी आंदे ने ਜਿਹੜੇ पुरुष प्रभु की शरण आउंदे ने, प्रभु ਉਹਨੂੰ आपदे चरणों के ध्यान रूप जहाज ते चढ़ा के संसार समुद्र तो पार उतार दिंदा। इसलिए इंज बेनती करिए, हे परमात्मा, आपदे चरणों का आसरा रूप जहाज सानू बख्शो। आपदे चरण संसार रूप समुद्र च पदार्थों रूप पानी तो कबल की तरह निर्लेप रखण वाले ने। जिन्हां चरणों नाल तुलसा दासी की रसना लगन करके ਉਹਦਾ उधार हो गया सीगा। श्री गुरु नानक देव महाराज के पावन चरण नाल तुलसा ने रसना लाई ते ਉਹਨੂੰ सारी सोझी आ गई। ते साध संगत जी वो मोदी खाना छड्ड के कबरां 'च जा बैठे। ਜਿਹਦੀ कबर ते पैर रखन वो रूह का उधार करी जान, अनेकां ही मुक्त करते। तीजे स्वरूप च मुरदे की हड्डी नाल चरण छुआ के उसकी रूह नरकां चों कढ के बैकुंठ नूं भेजती। सो ऐसे आपदे चरण जहाज की तरह भगतां की रखिया करन वाले उन्हां चरणों का आसरा बख्शो जी। नाम ते गुर शब्द ही सतगुरां दे चरण ने। चित चरण नाम हिरदय चरण, शब्द सतगुर को नानक बांधे पाल। भाई गुरदास साहब जी संगतां नूं नाल लैके आगरे तो सतगुरां दे दर्शनां नूं श्री ਅੰਮ੍ਰਿਤਸਰ ਸਾਹਿਬ ਨੂੰ आ रहे सी। जद ਬਿਆਸ दरिया के किनारे ते आए तां वेखिया कि पार लंघाउण वास्ते बेड़ी दा मलाह कोई नहीं है। ते खड़े होके सोचन लगे तां सतगुरां दा शब्द रूप जहाज उन्हां नूं चेते आया। गुर का बचन बसै जी नाले, जल नहीं डूबे तस्कर नहीं लेवै, पाहे न साकै जाले। भाई गुरदास जी ने कहा, हे संगत जी, सतगुरां दा शब्द रूप जहाज संसार रूप समुद्र तो पार लगाउंदा। ये छोटा जिहा दरिया आपां शब्द पढ़दे पार लंघ चलीए। इउं कह के भाई गुरदास जी शब्द पढ़दे अगे अगे आप ते पिछे पिछे संगतां दरिया तो पार हो गए। इउं वाहिगुरु नाम जहाज है, चढ़े सोतरे पार, जो शरधा कर सेमंदे पार उतारन हार। से भादों नरक ना पाईया है, गोरखण वाला है। भादरों के महीने द्वारा गुरु साहब कथन करते कि वह मनुख नरकां च नहीं पाए जाणगे जिहड़े सतगुरां दे नाल प्रेम रखण वाले ने। पूर्ण परमेश्वर सतगुरां नाल प्रेम रखण वाला माता दे गर्भ रूप नरक च नहीं पाया जाता, जां जूना दे नरकां च नहीं पाया जाता। विषय भोगन रूप नरकां तो भी सतगुरु श्री गुरु नानक देव जी महाराज साहब आप रख लेंदे ने। पर जिहड़ा परमेश्वर रूप जान के सतगुरां दे चरनां ते पूर्ण निश्चय रखता है कि जोत रूप हरि आप गुरु नानक कहायो।
इत्थे ही समाप्ति है जी। भुल चुक माफ़ करनी, अगे तो समत बख्शनी। मेरे तो बाद ज्ञानी सुखा सिंह जी जिहड़े इस स्थान दे अमृत वेले 2 बजे उठ के कड़ा प्रशादी देग तैयार करते हैं। जदों जदों भी लोड़ पवे प्रशाद की सेवा में अठे पैर हाजिर रहिंदे ने। आओ उन्हां दी पवित्र रसना तो, क्योंकि आप कमाओ अवरा उपदेश। जिहड़े सेवा वाले ते सिमरन वाले गुरमुख हुंदे ने उन्हां दी रसना विच ही बल हुंदा है, उपदेश असर करता है। तो डेली आप संगतां दी हाज़री भरदे ने। आओ वो नीचे बैठे ने, हुण उन्हां दा समा है 1 घंटे वास्ते 11 तो 12 उन्हां गुरमुखां दी पवित्र रसना तो संगरांद बाबत कथा सरमण करो। मैनू 2 पंक्तियां सुन के फतेह बुलाओ जी। नानक प्रभ शरणागति चरण मोहित प्रभ देत, से पादों नरक न पाइय गोरखण वाला हेत। वाहिगुरु जी का खालसा, वाहिगुरु जी की फतेह।